है पंजाब करां की सिफ्त तेरी, है पंजाब करां की सिफ्त तेरी। पंजाब करां की सिफ्त तेरी, शाना दे सब सामान तेरे। जल पौन तेरा हरियाल तेरी, दरिया पर्वत मैदान तेरे। ओ तेरी मां क्यों मिठी बोली दी जी कर दिया सिफ्त न रजदा है। उर्दू हिंदी दिया साजा विच सुर ताल तेरा ही वजदा है। बसे रसे कर बार तेरा, जीवे जागे परवार तेरा। मस्जिद मंदिर दरबार तेरा, मियाँ लाला सरदार तेरा। दुनिया सारी भी सोनी है, ओ दुनिया सारी भी सोनी है, पर तेरा रंग न्यारा है। तेरी मिट्टी दा कुल्ला भी शाही महला तो प्यारा है। तेरे जर्रे जर्रे दे अंदर अपनत जई कोई बसदी है। तेरी गोदी दे विच बैंदियां ही दुनिया दी चिंता नसदी है। तेरी गोदी दे विच बैंदियां ही दुनिया दी चिंता नसदी है। ऐ पंजाब करां की सिफ्त तेरी, ऐ पंजाब करां की सिफ्त तेरी। ऐ पंजाब, ऐ पंजाब, है पंजाब। प्यारे ते सत्कारयोग दोस्तों, ਅੱਜ ਤੁਹਾਡੇ ਲਈ ਸਾਡੇ ਕੋਲ ਇੱਕ ਖੁਸ਼ਖਬਰੀ ਹੈ ਕਿ ਪੰਜਾਬ ਦਰਸ਼ਨ ਨੇ ਇੱਕ ਨਵੀਂ ਪਿਰਤ ਦਾ ਆਰੰਭ ਕੀਤਾ ਜਾਂ ਅਸੀਂ ਕਰ ਰਹੇ ਹਾਂ ਕਿ ਪੰਜਾਬ ਦੀਆਂ ਪ੍ਰਬੁੱਧ ਹਸਤੀਆਂ ਦੇ ਅਭਿਨੰਦਨ ਦੇ ਵਿੱਚ ਅਸੀਂ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦਾ ਸਮਾਗਮ ਕਰਿਆ ਕਰਾਂਗੇ। ਉਸੇ ਤਰ੍ਹਾਂ ਕਿਸੇ ਨਾ ਕਿਸੇ ਬੁੱਧਵਾਰ ਨੂੰ ਸ਼ਾਮ ਨੂੰ 7 ਵਜੇ ਇਹਦੇ ਵਿੱਚ ਅਸੀਂ ਉਹਨਾਂ ਹਸਤੀਆਂ ਦੀ ਕੋਈ ਰਚਨਾ ਦਾ ਪਾਠ ਕਰ ਸਕਦੇ ਹਾਂ ਜਾਂ ਉਹਦੇ ਉੱਤੇ ਕੋਈ ਚਰਚਾ ਕਰ ਸਕਦੇ ਹਾਂ ਜਾਂ ਕਿਸੇ ਵੀ ਹੋਰ ਢੰਗ ਨਾਲ ਉਹਨਾਂ ਨੂੰ ਅਸੀਂ ਯਾਦ ਕਰ ਸਕਦੇ ਹਾਂ। ਇਸ ਸਮਾਗਮ ਦਾ ਜਾਂ ਇਸ ਪਿਰਤ ਦਾ ਸਬੱਬ ਇਹ ਬਣਿਆ ਕਿ 1 ਮਈ ਨੂੰ ਬਲਰਾਜ ਸਾਹਨੀ ਜੀ ਦਾ ਜਨਮ ਦਿਨ ਸੀ। ਉਸ ਦਿਨ ਸਾਨੂੰ ਯਾਦ ਆਇਆ ਅਤੇ ਉਸ ਦਿਨ ਸਾਨੂੰ ਇਹ ਫੁਰਨਾ ਫੁਰਿਆ ਕਿ ਅਸੀਂ ਇਸ ਤਰ੍ਹਾਂ ਉਹਨਾਂ ਨੂੰ ਯਾਦ ਕਰੀਏ। ਲੇਕਿਨ ਉਸ ਦਿਨ ਸਾਡੇ ਕੋਲ ਸਮਾਂ ਨਹੀਂ ਸੀਗਾ ਕਿ ਅਸੀਂ ਇਹ ਚੀਜ਼ ਅਰੇਂਜ ਕਰ ਸਕਦੇ ਜਾਂ ਉਹਦਾ ਅਸੀਂ ਬੰਦੋਬਸਤ ਕਰ ਸਕਦੇ। ਪਰ ਅਸੀਂ ਫਿਰ ਸਾਡੀ ਪੰਜਾਬ ਦਰਸ਼ਨ ਦੀ ਸਿਰਜਕ ਟੀਮ ਨੇ ਇਹ ਬੈਠ ਕੇ ਸੋਚਿਆ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਪੰਜਾਬ ਦੀ ਮਾਇਆ-ਨਾਜ਼ ਪ੍ਰਸਿੱਧ ਪ੍ਰਬੁੱਧ ਹਸਤੀ ਦਾ ਕੋਈ ਜਨਮ ਦਿਨ ਜਾਂ ਕੋਈ ਵੀ ਦਿਨ ਉਹਨਾਂ ਦੇ ਨਾਲ ਸੰਬੰਧਿਤ ਆਉਂਦਾ ਅਤੇ ਅਸੀਂ ਉਹਦੇ ਅੱਗੇ ਪਿੱਛੇ ਕਿਸੇ ਉਸ ਬੁੱਧਵਾਰ ਨੂੰ ਸ਼ਾਮ ਨੂੰ 7 ਵਜੇ ਅਸੀਂ ਉਹਨਾਂ ਦੇ ਨਾਲ ਸੰਬੰਧਿਤ ਸਮਾਗਮ ਕਰਿਆ ਕਰਾਂਗੇ। ਖਾਸ ਤੌਰ ਦੇ ਉੱਤੇ ਜਿਨ੍ਹਾਂ ਨੇ ਪੰਜਾਬ ਦੀ ਸਾਂਝੀਵਾਲਤਾ ਦੇ ਵਿੱਚ ਪੰਜਾਬੀਅਤ ਦੇ ਲਈ
ਕੋਈ ਗੌਰਵਮਈ ਕੰਮ ਕੀਤਾ ਹੋਵੇ, ਕੋਈ ਜ਼ਿਕਰਯੋਗ ਕੰਮ ਕੀਤਾ ਹੋਵੇ। ਅਤੇ ਇਸ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 1 ਮਈ ਨੂੰ ਬਲਰਾਜ ਸਾਹਨੀ ਜੀ ਦਾ ਜਨਮ ਦਿਨ ਸੀਗਾ, ਅਤੇ ਉਹਨਾਂ ਦਾ ਜਨਮ ਅਸੀਂ ਸਾਰੇ ਜਾਣਦੇ ਹਾਂ ਕਿ ਪਾਕਿਸਤਾਨ ਵਾਲੇ ਪੰਜਾਬ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਕਿਸੇ ਵੇਲੇ ਜਦੋਂ ਸਾਂਝਾ ਪੰਜਾਬ ਸੀ, ਉਹਨਾਂ ਦਾ ਸਾਂਝੇ ਪੰਜਾਬ ਦੇ ਰਾਵਲਪਿੰਡੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਅਤੇ ਉਹ ਗੌਰਮੈਂਟ ਕਾਲਜ ਲਾਹੌਰ ਵਿੱਚ ਪੜ੍ਹੇ, ਅਤੇ ਉਹਨਾਂ ਦੇ ਇੰਨਾ ਸਾਹਿਤਕਤਾ ਨਾਲ ਭਰਿਆ ਹੋਇਆ ਉਹਨਾਂ ਦਾ ਮਨ ਮਸਤਕ, ਇੰਨੀ ਕਲਾਕਾਰੀ ਨਾਲ ਭਰਿਆ ਹੋਇਆ ਉਹਨਾਂ ਦਾ ਦਿਲੋਂ ਦਿਮਾਗ, ਜਿਨ੍ਹਾਂ ਨੇ ਪੰਜਾਬੀ ਰਚਨਾ ਕੀਤੀ, ਅਤੇ ਉਹਨਾਂ ਨੇ ਥੀਏਟਰ ਵਿੱਚ ਕੰਮ ਕੀਤਾ, ਅਤੇ ਉਹਨਾਂ ਨੇ ਕਾਫੀ ਚੰਗੀਆਂ ਫਿਲਮਾਂ ਜਿਹੜੀਆਂ ਉਹ ਫਿਲਮ ਇੰਡਸਟਰੀ ਨੂੰ ਦਿੱਤੀਆਂ, ਸਾਡੇ ਲੋਕਾਂ ਦੀ ਝੋਲੀ ਪਾਈਆਂ, ਜਿਨ੍ਹਾਂ ਵਿੱਚ ਖਾਸ ਤੌਰ ਦੇ ਉੱਤੇ ਧਰਤੀ ਕੇ ਲਾਲ, 2 बीघा ਜ਼ਮੀਨ, ਛੋਟੀ ਬਹਿਨ, ਕਾਬਲੀ ਵਾਲਾ, ਗਰਮ ਹਵਾ, ਇਹ ਫਿਲਮਾਂ ਉਹਨਾਂ ਨੇ ਇੱਕ ਫਿਲਮ ਇੰਡਸਟਰੀ ਨੂੰ ਦਿੱਤੀਆਂ ਅਤੇ ਸਾਡੇ ਲੋਕਾਂ ਦੀ ਝੋਲੀ ਪਾਈਆਂ। ਉਹਨਾਂ ਦੇ ਭਾਈ, ਉਹਨਾਂ ਨੂੰ ਅਸੀਂ ਜਾਣਦੇ ਹਾਂ ਕਿ ਭੀਸ਼ਮ ਸਾਹਨੀ ਜੀ, ਜਿਨ੍ਹਾਂ ਦਾ ਤਮਸ ਜਿਹੜਾ ਨਾਵਲ ਉਹਦੇ ਉੱਤੇ ਸੀਰੀਅਲ ਬਣਿਆ, ਔਰ ਹਿੰਦੁਸਤਾਨ ਦੇ ਵਿੱਚ ਉਹ ਸੀਰੀਅਲ ਦੇ ਨਾਲ ਉਹਨਾਂ ਦੇ ਨਾਵਲ ਦੀ ਬੜੀ ਚਰਚਾ ਹੋਈ। ਅਤੇ ਖਾਸ ਤੌਰ ਦੇ ਉੱਤੇ ਅਸੀਂ ਜਿਸ ਕਰਕੇ ਉਹਨਾਂ ਨੂੰ ਯਾਦ ਕਰ ਰਹੇ ਹਾਂ, ਉਹਦਾ ਇੱਕ ਮੁੱਖ ਕਾਰਨ ਜਿਹੜਾ ਉਹ ਇਹ ਹੈ ਕਿ ਪੰਜਾਬ ਦੇ ਵਿੱਚ, ਪੰਜਾਬ ਦੇ ਲੋਕਾਂ ਵਿੱਚ, ਪੰਜਾਬ ਦੀ ਸਮਾਜਿਕਤਾ ਦੇ ਵਿੱਚ ਜਿਹੜੀ ਇੱਕ ਸਾਂਝੀਵਾਲਤਾ ਸੀ, ਧਾਰਮਿਕ ਸਾਂਝੀਵਾਲਤਾ, ਜਾਤੀ ਸਾਂਝੀਵਾਲਤਾ, ਜਾਂ ਸੱਭਿਆਚਾਰਕ ਸਾਂਝੀਵਾਲਤਾ, ਭਾਸ਼ਾਈ ਸਾਂਝੀਵਾਲਤਾ, ਉਹ ਹਰ ਤਰ੍ਹਾਂ ਦੀ ਸਾਂਝੀਵਾਲਤਾ ਪੰਜਾਬ ਵਿੱਚ ਖਤਮ ਹੁੰਦੀ ਜਾ ਰਹੀ ਆ। ਉਹ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੀ। ਉਹਦੇ ਵਿੱਚ ਉਹਦੇ ਕਾਰਨ ਕੀ ਹੋਣਗੇ ਜਾਂ ਕੀ ਨਹੀਂ ਹੋਣਗੇ, ਅਸੀਂ ਉਸ ਪਾਸੇ ਨਹੀਂ ਜਾਣਾ ਚਾਹੁੰਦੇ। ਲੇਕਿਨ ਅਸੀਂ ਪੰਜਾਬ ਦਾ ਉਹ ਵਿਰਸਾ, ਪੰਜਾਬ ਦਾ ਉਹ ਸਮਾਂ, ਉਹਨੂੰ ਅਸੀਂ ਯਾਦ ਕਰਨਾ ਚਾਹੁੰਦੇ ਹਾਂ, ਜਦੋਂ ਪੰਜਾਬੀਅਤ ਦੇ ਵਿੱਚ ਇੱਕ ਸਰਬ ਸਾਂਝੀਵਾਲਤਾ ਜਿਹੜੀ ਆ ਸਾਨੂੰ ਨਜ਼ਰ ਆਉਂਦੀ ਸੀ, ਸਾਡੇ ਸਾਹਿਤਕਾਰਾਂ ਵਿੱਚ, ਸਾਡੇ ਕਲਾਕਾਰਾਂ ਵਿੱਚ, ਸਾਡੇ ਫਿਲਮਕਾਰਾਂ ਦੇ ਵਿੱਚ, ਜਿਹੜੀ ਕਿ ਅੱਜ ਬੇਹੱਦ ਘਟਦੀ ਜਾ ਰਹੀ ਆ, ਨਾ ਹੋਣ ਦੇ ਕਿਨਾਰੇ ਤੱਕ ਪਹੁੰਚੀ ਹੋਈ ਆ। ਅਤੇ ਅਸੀਂ ਪੰਜਾਬ ਦੀ ਸਾਂਝੀਵਾਲਤਾ ਨੂੰ ਸਨਮੁਖ ਰੱਖ ਕੇ ਅਸੀਂ ਅੱਜ ਦਾ ਜਿਹੜਾ ਇਹ ਸਮਾਗਮ ਕਰ ਰਹੇ ਹਾਂ, ਬਲਰਾਜ ਸਾਹਨੀ ਜੀ ਨੂੰ ਯਾਦ ਕਰ ਰਹੇ ਹਾਂ। ਖਾਸ ਤੌਰ ਦੇ ਉੱਤੇ ਉਹਨਾਂ ਦੀ ਜਿਹੜੀ ਗੈਰ ਜਜ਼ਬਾਤੀ ਡਾਇਰੀ, ਉਹਦੇ ਵਿੱਚੋਂ ਉਹਨਾਂ ਦਾ ਇੱਕ ਪਾਠ, ਇੱਕ ਅਧਿਆਏ ਗੁਰਬਾਣੀ, ਉਹ ਅਸੀਂ ਅੱਜ ਪੜ੍ਹਨਾ ਚਾਹੁੰਦੇ ਹਾਂ। ਇਹ ਜਿਹੜਾ ਉਸ ਅਧਿਆਏ ਨੂੰ ਪੜ੍ਹਨ ਦਾ ਜਿਹੜਾ ਕੰਮ ਹੈ, ਇਹ ਪੰਜਾਬ ਦਰਸ਼ਨ ਦੀ ਸਿਰਜਕ ਟੀਮ ਦੇ ਇੱਕ ਜਿਹੜੇ ਸਹਿਜ ਅਤੇ ਸੋਹਜ ਨੂੰ ਕਾਇਮ ਰੱਖਣ ਵਾਲੇ ਹਰਪ੍ਰੀਤ ਹੁਣੀ, ਜਿਹੜੇ ਹਮੇਸ਼ਾ ਉਹਦੇ ਵਿੱਚ ਸਹਿਯੋਗ ਦਿੰਦੇ ਆ, ਅੱਜ ਉਸ ਪਾਠ ਨੂੰ, ਉਸ ਅਧਿਆਏ ਨੂੰ ਪੜ੍ਹਨ ਦੀ ਸੇਵਾ ਹਰਪ੍ਰੀਤ ਨੇ ਕੀਤੀ ਹੈ। ਅਤੇ ਅਸੀਂ ਉਹ ਪਾਠ ਤੁਹਾਡੇ ਸਾਹਮਣੇ ਸਰਵਣ ਕਰਾਵਾਂਗੇ, ਅਤੇ ਅਸੀਂ ਦੇਖਾਂਗੇ ਕਿ ਬਲਰਾਜ ਸਾਹਨੀ ਜੀ ਕਿਸ ਤਰ੍ਹਾਂ ਪੰਜਾਬ ਵਿੱਚ ਗੁਰਬਾਣੀ ਨਾਲ ਜੁੜੇ ਹੋਏ ਸੀਗੇ, ਔਰ ਕਿਸ ਤਰ੍ਹਾਂ ਉਹ ਪੰਜਾਬ ਦੀ ਸਾਂਝੀਵਾਲਤਾ ਦੇ ਵਿੱਚ ਉਹ ਕੰਟਰੀਬਿਊਟ ਕਰ ਰਹੇ ਸੀਗੇ, ਉਹਨੂੰ ਵਧਾ ਰਹੇ ਸੀਗੇ, ਉਹਨੂੰ ਮਾਣ ਵੀ ਰਹੇ ਸੀਗੇ। ਅਤੇ ਮੈਂ ਜ਼ਿਆਦਾ ਸਮਾਂ ਨਾ ਲਵਾਂ, ਅਸੀਂ ਉਹਨਾਂ ਨੂੰ, ਬਲਰਾਜ ਸਾਹਨੀ ਜੀ ਨੂੰ, ਉਹਨਾਂ ਦੀ ਰਚਨਾ ਦੇ ਵਿੱਚੋਂ ਹੀ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਸ਼ਖਸੀਅਤ, ਉਹਨਾਂ ਦੀ ਹਸਤੀ ਕਿਸ ਪੱਧਰ ਦੀ ਸੀ ਅਤੇ ਕਿਸ ਤਰਜ਼ ਦੀ ਸੀ। ਆਓ, ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ ਅਤੇ ਆਪਾਂ ਸੁਣਦੇ ਹਾਂ ਹਰਪ੍ਰੀਤ ਹੁਣਾਂ ਦੀ ਆਵਾਜ਼ ਵਿੱਚ ਬਲਰਾਜ ਸਾਹਨੀ ਜੀ ਦੀ ਪੁਸਤਕ ਗੈਰ ਜਜ਼ਬਾਤੀ ਡਾਇਰੀ ਦਾ ਇੱਕ ਅਧਿਆਏ ਗੁਰਬਾਣੀ। ਆਓ ਸਰਵਣ ਕਰੀਏ। ਗੁਰਬਾਣੀ, ਬਲਰਾਜ ਸਾਹਨੀ। ਸ਼੍ਰੀਮਤੀ ਸਤਿਆਵਤੀ ਮਲਿਕ ਹਿੰਦੀ ਦੀ ਇੱਕ ਸ਼੍ਰੋਮਣੀ ਸਾਹਿਤਕਾਰ ਹੈ। ਉਹਨਾਂ ਦੀਆਂ ਰਚੀਆਂ ਪੁਸਤਕਾਂ ਮਨੋਰੰਜਕ ਹੀ ਨਹੀਂ, ਉਹਨਾਂ ਵਿੱਚ ਇੱਕ ਵਿਸ਼ੇਸ਼ ਪ੍ਰੇਰਣਾਤਮਕ ਸ਼ਕਤੀ ਹੈ ਜੋ ਪਾਠਕਾਂ ਦੇ ਦਿਲ ਉੱਤੇ ਡੂੰਘਾ ਅਸਰ ਕਰਦੀ ਹੈ। ਇਸ ਤੋਂ ਇਲਾਵਾ ਉਹ ਪ੍ਰਵੀਣ ਚਿੱਤਰਕਾਰ ਵੀ ਹੈ ਅਤੇ ਕਿੰਨੇ ਹੀ ਸਾਲ ਕੇਂਦਰੀ ਫਿਲਮ ਸੈਂਸਰ ਬੋਰਡ ਦੀ
ਮੈਂਬਰ ਵੀ ਰਹਿ ਚੁੱਕੀ ਹੈ। ਪਰ ਮੇਰੇ ਲਈ ਉਹ ਇਸ ਤੋਂ ਵੱਧ ਚੜ੍ਹ ਕੇ ਕੁਝ ਹੋਰ ਵੀ ਹਨ। ਮੇਰੀ ਸਕੀ ਭੂਆ ਦੀ ਲੜਕੀ, ਮੇਰੀ ਵੱਡੀ ਭੈਣ। ਬਚਪਨ ਦੇ ਜ਼ਮਾਨੇ ਤੋਂ ਉਹਨਾਂ ਕੋਲੋਂ ਮੈਨੂੰ ਡੂੰਘਾ ਪਿਆਰ ਮਿਲਿਆ ਹੈ। ਮੇਰੀਆਂ ਸਾਹਿਤਕ ਰੁਚੀਆਂ ਨਿਖਾਰਨ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਸੰਸਕ੍ਰਿਤ ਨਾਲ ਅਸਾਂ ਦੋਨਾਂ ਨੂੰ ਬੜਾ ਪ੍ਰੇਮ ਹੈ। ਕਾਲੀਦਾਸ ਅਤੇ ਭਵਭੂਤੀ ਦੇ ਨਾਟਕਾਂ ਨੂੰ ਇਕੱਠੇ ਬੈਠ ਕੇ ਪੜ੍ਹਨ ਦਾ ਅਸੀਂ ਆਨੰਦ ਮਾਣ ਚੁੱਕੇ ਹਾਂ। ਪਿੱਛੇ ਜਿਹੇ ਉਹ ਬੰਬਈ ਆ ਕੇ ਸਾਡੇ ਕੋਲ ਠਹਿਰੇ ਹੋਏ ਸਨ। ਐਲੀਫੈਂਟਾ ਅਤੇ ਘਨੇਰੀ ਗੁਫਾਵਾਂ ਦੀਆਂ ਅਸਾਂ ਸੈਰਾਂ ਕੀਤੀਆਂ। ਜਿੱਥੇ ਵੀ ਜਾਂਦੇ ਸੋਹਣੀਆਂ ਚਰਚਾਵਾਂ ਛਿੜ ਪੈਂਦੀਆਂ, ਸਵਾਦ ਦੂਣਾ ਚਾਉਣਾ ਹੋ ਜਾਂਦਾ। ਇੱਕ ਦਿਨ ਖਾਣੇ ਦੀ ਮੇਜ਼ ਉੱਤੇ ਬੈਠਿਆਂ ਗੁਰਬਾਣੀ ਦਾ ਜ਼ਿਕਰ ਚੱਲ ਪਿਆ। ਅਸੀਂ ਯਾਦ ਕਰ ਰਹੇ ਸਾਂ ਕਿਵੇਂ ਉਹਨਾਂ ਦੇ ਪਿਤਾ ਜੀ ਸਵੇਰੇ ਉੱਠਦਿਆਂ ਸਾਰ ਪਹਿਲਾਂ ਇਹ ਵਾਕ ਮੂੰਹੋਂ ਬੋਲਦੇ ਸਨ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਤੇ ਮੇਰੇ ਪਿਤਾ ਜੀ, ਪਰਵਦਿਗਾਰ ਸ਼ੁਕਰ ਤੇਰੀ ਦਰਗਾਹ। ਨਾ ਉਹਨਾਂ ਦੇ ਪਿਤਾ ਸਿੱਖ ਸਨ ਅਤੇ ਨਾ ਮੇਰੇ ਪਿਤਾ ਜੀ ਮੁਸਲਮਾਨ। ਦੋਵੇਂ ਹਿੰਦੂ, ਪੱਕੇ ਆਰੀਆ ਸਮਾਜੀ। ਪਰ ਉਹਨਾਂ ਦੇ ਹਿਰਦੇ ਸੰਕੀਰਨਤਾ ਤੋਂ ਕਿਤਨੇ ਪਾਕ ਸਨ। ਭੈਣ ਜੀ ਨੇ ਕਿਹਾ, ਬਲਰਾਜ, ਅੱਜ ਕੱਲ੍ਹ ਦਿੱਲੀ ਮੈਂ ਕਿਤਨੀ ਦੁਖੀ ਹੁੰਨੀ ਆ, ਤੈਨੂੰ ਦੱਸ ਨਹੀਂ ਸਕਦੀ। ਸਾਡੀ ਸੜਕ ਉੱਤੇ ਇੱਕ ਪਾਸੇ ਗੁਰਦੁਆਰੇ ਵਾਲਿਆਂ ਲਾਊਡ ਸਪੀਕਰ ਲਵਾ ਰੱਖਿਆ ਹੈ ਅਤੇ ਦੂਸਰੇ ਪਾਸੇ ਸਨਾਤਨ ਧਰਮ ਸਭਾ ਵਾਲਿਆਂ ਨੇ। ਸਵੇਰ ਦਾ ਵੇਲਾ ਸ਼ਾਂਤੀ ਅਤੇ ਚਿੰਤਨ ਦਾ ਵੇਲਾ ਹੁੰਦਾ ਹੈ, ਪਰ ਇਹ ਲੋਕ ਚੀਕ ਚਿਹਾੜੇ ਵਿੱਚ ਇੱਕ ਦੂਜੇ ਤੋਂ ਜਿੱਤਣ ਦੀ ਬਾਜ਼ੀ ਲਾ ਦਿੰਦੇ ਹਨ। ਕੀ ਰੱਬ ਨੂੰ ਯਾਦ ਕਰਨ ਦਾ ਇਹੀ ਤਰੀਕਾ ਹੈ? ਪਰਮਾਤਮਾ ਨੂੰ ਤਾਂ ਪ੍ਰੇਮ ਸਰੂਪ ਆਖਦੇ ਹਨ। ਫਿਰ ਇਹ ਘਿਰਣਾ ਦਾ ਵਾਤਾਵਰਣ ਕਿਉਂ ਪੈਦਾ ਕੀਤਾ ਜਾਂਦਾ ਹੈ? ਕੋਲ ਬੈਠੀ ਮੇਰੀ ਲੜਕੀ ਸਨੋਬਰ ਨੇ ਕਿਹਾ, ਜਦੋਂ ਡੈਡੀ ਤੇ ਮੈਂ ਜਸਵੰਤ ਸਿੰਘ ਕੰਵਲ ਜੀ ਦੇ ਘਰ ਢੂਡੀ ਕੇ ਠਹਿਰੇ ਹੋਏ ਸਾਂ, ਉੱਥੇ ਵੀ ਸਵੇਰੇ ਚੌਂ ਪਾਸੀਂ ਲਾਊਡ ਸਪੀਕਰਾਂ ਦਾ ਰੌਲਾ ਮਚ ਜਾਂਦਾ ਸੀ। ਨੇੜ ਤੇੜ ਦੇ ਸਾਰੇ ਪਿੰਡਾਂ ਵਿੱਚ ਲਾਊਡ ਸਪੀਕਰ ਗੱਜਣ ਲੱਗ ਪੈਂਦੇ ਸਨ। ਬੜਾ ਕੁਰਖਤ ਸ਼ੋਰ ਹੁੰਦਾ ਸੀ, ਨਾ ਕੋਈ ਸੁਰ ਨਾ ਲੈ। ਮੈਨੂੰ ਡੈਡੀ ਨੇ ਕਿਹਾ ਹੋਇਆ ਸੀ, ਵੇਖੀ ਪ੍ਰਭਾਤ ਵੇਲੇ ਪੰਜਾਬ ਦੇ ਪਿੰਡਾਂ ਵਿੱਚ ਪੰਛੀ ਕਿਤਨੀਆਂ ਸੋਹਣੀਆਂ ਬੋਲੀਆਂ ਪਾਉਂਦੇ ਹਨ। ਪਰ ਮੈਨੂੰ ਤਾਂ ਕੋਈ ਪੰਛੀ ਸੁਣਾਈ ਨਹੀਂ ਸੀ ਦਿੱਤਾ। ਮੈਂ ਤਾਂ ਬਸ ਲਾਊਡ ਸਪੀਕਰ ਹੀ ਸੁਣੇ ਹਨ। ਮੈਂ ਕਿਹਾ, ਗੁਰੂ ਨਾਨਕ ਦੇਵ ਦਾ ਵਾਕ ਹੈ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਪਰ ਜੇ ਬਾਬੇ ਦੇ ਚੇਲੇ ਛੁਟਿਆਈ ਵਿਚਾਰਨ ਤੇ ਡਟ ਜਾਣ ਤਾਂ ਬਾਬੇ ਦਾ ਕੀ ਕਸੂਰ? ਸਤਿਆ ਭੈਣ ਜੀ ਨੇ ਕਿਹਾ, ਸਾਡੇ ਸਾਰੇ ਹੀ ਤਾਂ ਮਹਾਂਪੁਰਖਾਂ ਨੇ ਪ੍ਰਭਾਤ ਨੂੰ ਦਿਨ ਦਾ ਸਭ ਤੋਂ ਚੰਗਾ ਤੇ ਪਵਿੱਤਰ ਹਿੱਸਾ ਆਖਿਆ ਹੈ। ਹਿੰਦੂ ਰਿਸ਼ੀਆਂ ਨੇ ਇਹਨੂੰ ਬ੍ਰਹਮ ਮਹੂਰਤ ਆਖਿਆ ਅਤੇ ਮੁਸਲਮਾਨ ਦਰਵੇਸ਼ਾਂ ਨੇ ਨੂਰ ਪਾਕ ਦਾ ਵੇਲਾ। ਪਰ ਸਵਾਲ ਤਾਂ ਇਹ ਹੈ ਕਿ ਇਹਨਾਂ ਆਪਸ ਦੇ ਦੁਆਸ਼ਾਂ ਦਾ ਕਾਰਨ ਕੀ ਹੈ? ਇਹ ਕਿਉਂ ਖਤਮ ਹੋਣ ਵਿੱਚ ਨਹੀਂ ਆਉਂਦੇ? ਮੇਰੀ ਪਤਨੀ ਬੋਲੀ, ਕਿਉਂਕਿ ਸਾਰੀਆਂ ਧਾਰਮਿਕ ਸੰਸਥਾਵਾਂ ਇੱਕ ਵਪਾਰ ਬਣ ਗਈਆਂ ਹਨ। ਰਸੂਖ ਉਹਨਾਂ ਦੇ ਹੱਥ ਨਹੀਂ ਹੁੰਦਾ ਜੋ ਆਪਣੇ ਅਸੂਲਾਂ ਦੇ ਸੱਚੇ ਹੋਣ, ਸਗੋਂ ਉਹਨਾਂ ਦੇ ਜਿਹੜੇ ਉਸ ਰਾਹੀਂ ਆਪਣੇ ਕਾਰੋਬਾਰੀ ਸਿਲਸਿਲੇ ਵਧਾਉਂਦੇ ਹਨ। ਹਰ ਮਜ਼ਹਬ ਦੇ ਜਨਮਦਾਤਾ ਨੇ ਅਮੀਰਾਂ ਦੀ ਨਿੰਦਿਆ ਕੀਤੀ ਹੈ, ਪਰ ਇਸ ਵੇਲੇ ਹਰ ਮਜ਼ਹਬ ਅਮੀਰ ਸੰਚਾਲਕਾਂ ਦੇ ਹੀ ਕਬਜ਼ੇ ਵਿੱਚ ਹੈ ਅਤੇ ਉਹੀ ਆਪਣੀ ਜ਼ਿੰਦਗੀ ਦਾ ਕੋਝ ਆਪਣੀ ਧਰਮ ਸੰਸਥਾ ਵਿੱਚ ਘੁਸੇੜਦੇ ਹਨ। ਸਤਿਆ ਭੈਣ ਜੀ ਨੇ ਮੈਨੂੰ ਪੁੱਛਿਆ, ਬੱਲੀ, ਤੂੰ ਪੰਜਾਬੀ ਵਿੱਚ ਲਿਖਣਾ ਹੈ, ਗ੍ਰੰਥ ਸਾਹਿਬ ਵੀ ਪੜ੍ਹਨਾ ਹੈ। ਮੈਂ ਤੇਰੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖੇ ਲੇਖਾਂ ਦੀ ਵੀ ਤਾਰੀਫ ਸੁਣੀ ਸੀ। ਤੂੰ ਮੈਨੂੰ ਸਮਝਾ ਤਾਂ ਸਹੀ, ਸਿੱਖ ਪੰਥ ਅਤੇ ਹਿੰਦੂ ਧਰਮ ਵਿੱਚ ਬੁਨਿਆਦੀ ਫਰਕ ਕੀ ਹੈ? ਅਤੇ ਆਪਣੀ ਸਮਝ ਅਨੁਸਾਰ ਮੈਂ ਉਹਨਾਂ ਨੂੰ ਦੱਸਣਾ ਸ਼ੁਰੂ ਕੀਤਾ। ਗੱਲ ਧਰਮਾਂ ਦੀ ਨਹੀਂ ਭੈਣ ਜੀ, ਪ੍ਰਾਂਤਾਂ ਦੀ ਹੈ। ਪ੍ਰਾਚੀਨ ਭਾਰਤ ਵਿੱਚ, ਮਤਲਬ ਅੱਜ ਤੋਂ 1000 ਸਾਲ ਪਹਿਲਾਂ ਦੇ ਜ਼ਮਾਨੇ ਤੱਕ, ਸਾਰੇ ਭਾਰਤ ਵਿੱਚ ਹਿੰਦੂ ਧਰਮ ਹੀ ਪ੍ਰਚਲਿਤ ਸੀ। ਆਪਣੇ ਅਨੇਕਾਂ ਰੂਪਾਂਤਰਾਂ ਸਣੇ, ਕਿਤੇ ਸ਼ਿਵ, ਕਿਤੇ ਵਿਸ਼ਨੂੰ ਅਤੇ ਕਿਸੇ ਹੋਰ ਦੇਵੀ ਦੇਵਤਾ ਦੀ ਪ੍ਰਧਾਨਤਾ ਸੀ। ਸਿਰਫ ਇੱਕ ਗੱਲ ਸਾਰਿਆਂ ਪਾਸੇ ਸਾਂਝੀ ਸੀ, ਉਹ ਇਹ ਕਿ ਸਾਰੇ ਧਾਰਮਿਕ ਅਧਿਕਾਰ
ਬ੍ਰਾਹਮਣਾਂ ਦੇ ਅਧੀਨ ਸਨ ਅਤੇ ਉਹ ਲੋਕ ਪੂਰੀ ਤਰ੍ਹਾਂ ਹਾਕਮਾਂ ਨਾਲ ਰਲੇ ਹੋਏ ਸਨ। ਜਨਤਾ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ। ਜਨਤਾ ਦੀ ਸੱਭਿਅਤਾ, ਜਨਤਾ ਦੀ ਬੋਲੀ ਅਤੇ ਜਨਤਾ ਦੇ ਰਹਿਣ ਸਹਿਣ ਨੂੰ ਉਹ ਨਫ਼ਰਤ ਦੀ ਦ੍ਰਿਸ਼ਟੀ ਨਾਲ ਵੇਖਦੇ ਸਨ। ਕਦੇ ਕੋਈ ਨੀਵੀਂ ਜ਼ਾਤ ਦਾ ਆਦਮੀ ਸ਼ਾਸਤਰ ਦਾ ਸ਼ਲੋਕ ਜਾਂ ਸੰਸਕ੍ਰਿਤ ਦਾ ਇੱਕ ਵਾਕ ਵੀ ਮੂੰਹੋਂ ਕੱਢਣ ਦੀ ਜੁਰਤ ਕਰੇ, ਉਸ ਦੀ ਜ਼ਬਾਨ ਤੱਕ ਕੱਟ ਜਾਂਦੀ ਸੀ। ਤੇ ਫਿਰ ਅੱਜ ਤੋਂ 1000 ਸਾਲ ਪਹਿਲਾਂ ਮੁਸਲਮਾਨਾਂ ਦੇ ਹਮਲੇ ਸ਼ੁਰੂ ਹੋਏ। ਹਿੰਦੂਆਂ ਦੀ ਅੰਦਰੇ ਅੰਦਰ ਖੋਖਲੀ ਹੋਈ ਸਮਾਜਿਕ ਸ਼੍ਰਿੰਖਲਾ ਇਹਨਾਂ ਨੂੰ ਰੋਕਣ ਲਈ ਅਸਮਰਥ ਸੀ। ਨੀਵੀਆਂ ਜ਼ਾਤਾਂ ਉੱਪਰ ਇਤਨਾ ਜ਼ੁਲਮ ਹੋ ਚੁੱਕਿਆ ਸੀ ਕਿ ਉਹ ਖੱਤਰੀਆਂ ਬ੍ਰਾਹਮਣਾਂ ਖਾਤਰ ਲੜਨ ਨੂੰ ਉੱਕੇ ਰਾਜ਼ੀ ਨਹੀਂ ਸਨ ਅਤੇ ਬਹੁ ਸੰਖਿਆ ਇਹਨਾਂ ਵੈਸ਼ ਸ਼ੂਦਰਾਂ ਆਦਿ ਦੀ ਹੀ ਤਾਂ ਸੀ। ਉਹ ਰਾਜ ਕਿਵੇਂ ਬਾਹਰੀ ਹਮਲਿਆਂ ਨੂੰ ਰੋਕ ਸਕਦਾ ਸੀ ਜਿਸ ਦੀ ਆਪਣੀ ਪ੍ਰਜਾ ਇਤਨੇ ਵੱਡੇ ਪੈਮਾਨੇ ਉੱਤੇ ਉਸ ਦੇ ਖਿਲਾਫ ਹੋਵੇ। ਅਤੇ ਇਸ ਪ੍ਰਕਾਰ ਭਾਰਤ ਵਿੱਚ ਮੁਸਲਿਮ ਸਲਤਨਤ ਅਤੇ ਸੱਭਿਅਤਾ ਦਾ ਸਮਾਗਮ ਹੋਇਆ। ਇਸ ਦੇ ਦੋ ਪਹਿਲੂ ਸਨ। ਇੱਕ ਤਾਂ ਉਹੀ ਹਾਕਮਾਨਾ ਤੇ ਜਾਬਰਾਨਾ ਪਹਿਲੂ। ਭਾਰਤੀ ਜਨਤਾ ਦੇ ਹਰ ਵਰਗ ਨੂੰ ਗਿਆਤ ਹੈ ਕਿ ਆਪਣੀ ਆਜ਼ਾਦੀ ਖੁਹਾ ਕੇ ਉਹਨਾਂ ਆਪਣੀ ਹਾਲਤ ਪਹਿਲਾਂ ਨਾਲੋਂ ਵੀ ਬਦਤਰ ਬਣਾ ਲਈ ਹੈ। ਦੂਸਰਾ ਪਹਿਲੂ ਇੱਕ ਹੋਰ ਸੀ। ਇਸਲਾਮੀ ਲਸ਼ਕਰਾਂ ਤੋਂ ਛੁੱਟ ਆਮ ਲੋਕਾਂ ਦੇ ਪਿਆਰੇ ਕੁਝ ਇੱਕ ਸੂਫੀ ਦਰਵੇਸ਼ ਵੀ ਆਉਂਦੇ ਸਨ, ਜਿਨ੍ਹਾਂ ਦੇ ਰੱਬ ਬਾਰੇ ਦ੍ਰਿਸ਼ਟੀਕੋਣ ਬਹੁਤ ਉਦਾਰ ਅਤੇ ਵਿਦਾਂਤ ਦੇ ਫਲਸਫੇ ਨਾਲ ਮਿਲਦੇ ਜੁਲਦੇ ਸਨ। ਅਤੇ ਵਿਦਾਂਤੀ ਵਿਚਾਰ ਭਾਰਤ ਵਿੱਚ ਪਹਿਲਾਂ ਤੋਂ ਬੜੇ ਪ੍ਰਚਲਿਤ ਸਨ। ਇਸ ਸਿਧਾਂਤਕ ਮਿਸ਼ਰਣ ਦੇ ਫਲਸਰੂਪ ਭਾਰਤ ਦੇ ਹਰ ਇੱਕ ਪ੍ਰਦੇਸ਼ ਵਿੱਚ ਇੱਕ ਖਾਸ ਕਿਸਮ ਦੇ ਭਗਤ, ਸੰਤ, ਗੁਰੂ ਜਾਂ ਫਕੀਰ ਪ੍ਰਗਟ ਹੋਏ, ਜਿਨ੍ਹਾਂ ਜਨਤਾ ਦੇ ਡਿੱਗਦੇ ਹੋਏ ਹੌਸਲਿਆਂ ਨੂੰ ਮੁੜ ਬਹਾਲ ਕਰਨਾ ਸ਼ੁਰੂ ਕੀਤਾ। ਇਹਨਾਂ ਲੋਕਾਂ ਨੇ ਸੰਸਕ੍ਰਿਤ, ਅਰਬੀ ਅਤੇ ਫਾਰਸੀ ਨੂੰ ਤਿਆਗ ਕੇ ਲੋਕਾਂ ਦੀ ਆਪਣੀ ਬੋਲੀ ਵਿੱਚ ਹਿੰਦੂ ਅਤੇ ਮੁਸਲਿਮ ਫਲਸਫੇ ਦੇ ਸਰਬੋਤਮ ਅੰਗਾਂ ਨੂੰ ਮਿਲਾ ਕੇ ਅਪੂਰਬ ਭਗਤੀ ਰਸ ਦੀ ਕਵਿਤਾ ਰਚਣੀ ਸ਼ੁਰੂ ਕੀਤੀ। ਬ੍ਰਾਹਮਣਾਂ, ਕਾਜ਼ੀਆਂ ਅਤੇ ਮੁਲਾਣਿਆਂ ਦੇ ਇਹ ਲੋਕ ਵਿਰੋਧੀ ਸਨ। ਜ਼ਾਤ-ਪਾਤ, ਊਚ ਨੀਚ ਨੂੰ ਇਹ ਨਹੀਂ ਸਨ ਮੰਨਦੇ। ਮਨੁੱਖਤਾ ਨੂੰ ਇੱਕ ਪਰਿਵਾਰ ਮੰਨਦੇ ਸਨ। ਦਿਖਾਵਟੀ ਰਸਮਾਂ ਰਿਵਾਜਾਂ ਦੇ ਇਹ ਖਿਲਾਫ ਸਨ। ਇਹਨਾਂ ਲੋਕਾਂ ਨੇ ਥੋੜ੍ਹੇ ਚਿਰ ਵਿੱਚ ਹੀ ਜਨਤਾ ਦੇ ਦਿਲ ਮੋਹ ਲਏ ਅਤੇ ਜਨਤਾ ਲਈ ਜ਼ੁਲਮ ਤੋਂ ਮੁਕਤੀ ਹਾਸਲ ਕਰਨ ਦਾ ਰਾਹ ਰੋਸ਼ਨਾ ਦਿੱਤਾ। ਸਾਡੇ ਦੇਸ਼ ਦੇ ਹਰ ਪ੍ਰਾਂਤ ਵਿੱਚ ਇਹੋ ਜਿਹੇ ਭਗਤ ਸੰਤ ਪ੍ਰਗਟ ਹੋਏ। ਬੰਗਾਲ ਵਿੱਚ ਰਾਮਾਨੰਦ, ਚੰਡੀਦਾਸ, ਬਿਹਾਰ ਵਿੱਚ ਵਿਦਿਆਪਤੀ, ਬਨਾਰਸ ਵਿੱਚ ਕਬੀਰ, ਮਹਾਰਾਸ਼ਟਰ ਵਿੱਚ ਤੁਕਾਰਾਮ, ਨਾਮਦੇਵ, ਗੁਜਰਾਤ ਵਿੱਚ ਗਿਆਨੇਸ਼ਵਰ ਅਤੇ ਅਨੇਕਾਂ ਹੋਰ। ਸਾਡੇ ਪੰਜਾਬ ਵਿੱਚ ਗੁਰੂ ਨਾਨਕ, ਅਰਜਨ ਦੇਵ ਅਤੇ ਗੁਰੂ ਗੋਬਿੰਦ ਸਿੰਘ ਭਗਤੀ ਲਹਿਰ ਦੇ ਪ੍ਰਤੀਕ ਹੋਏ। ਇਹ ਸੰਤ ਹਿੰਦੂ ਸਨ ਜਾਂ ਮੁਸਲਮਾਨ ਕੋਈ ਨਹੀਂ ਸੀ ਕਹਿ ਸਕਦਾ। ਇਹਨਾਂ ਨੇ ਹਰ ਪਾਸਿਓਂ ਜੋ ਉਹਨਾਂ ਨੂੰ ਚੰਗਾ ਲੱਗਿਆ ਲੈ ਲਿਆ। ਭਾਸ਼ਾ, ਕਲਾ, ਸੰਸਕ੍ਰਿਤੀ ਨੂੰ ਇੱਕ ਨਵੀਂ ਅਤੇ ਉਚੇਚੀ ਪੱਧਰ ਦਿੱਤੀ। ਇਹਨਾਂ ਦੇ ਰਚੇ ਕਾਵ ਸਥਾਨਕ ਬੋਲੀਆਂ ਦੇ ਸਾਹਿਤ ਦਾ ਅਣਮੁੱਲਾ ਖਜ਼ਾਨਾ ਸਨ। ਕੋਈ ਵੀ ਮਹਾਰਾਸ਼ਟਰੀ ਜਿਵੇਂ ਗੀਤਾ ਜਾਂ ਵੇਦ ਨੂੰ ਮੰਨਦਾ ਹੈ, ਇਵੇਂ ਹੀ ਤੁਕਾਰਾਮ ਅਤੇ ਨਾਮਦੇਵ ਦੀ ਬਾਣੀ ਨੂੰ ਪਿਆਰਦਾ ਅਤੇ ਸਨਮਾਨਦਾ ਹੈ। ਦੋਵਾਂ ਵਿੱਚ ਉਹ ਕੋਈ ਭੇਤ ਨਹੀਂ ਮੰਨਦਾ। ਬੰਗਾਲ, ਗੁਜਰਾਤ ਅਤੇ ਤਾਮਿਲਨਾਡੂ ਆਦਿ ਪ੍ਰਾਂਤਾਂ ਵਿੱਚ ਇਹੀ ਹਾਲ ਹੈ। ਅੱਜ ਤੋਂ 100 ਵਰ੍ਹਾ ਪਹਿਲਾਂ ਤੱਕ ਪੰਜਾਬ ਵਿੱਚ ਵੀ ਇਵੇਂ ਹੀ ਸੀ। ਸਾਡੇ ਪੁਰਖੇ ਹਿੰਦੂ ਹੋਣ ਭਾਵੇਂ ਮੁਸਲਮਾਨ, ਗੁਰੂ ਬਾਬਿਆਂ ਅਤੇ ਫਰੀਦ, ਬੁੱਲੇ ਸ਼ਾਹ ਵਰਗੇ ਦਰਵੇਸ਼ਾਂ ਨੂੰ ਸਮਾਨ ਰੂਪ ਨਾਲ ਪਿਆਰ ਕਰਦੇ ਸਨ। ਇਹਨਾਂ ਨੂੰ ਉਹ ਕੋਈ ਵੱਖਰੇ ਮਜ਼ਹਬ ਦੇ ਨਹੀਂ ਸਨ ਗਿਣਦੇ, ਸਗੋਂ ਸਮਾਜ ਦੇ ਸੁਧਾਰਕ ਅਤੇ ਸਾਂਝੀ ਕੌਮੀਅਤ ਦੇ ਉਸਾਰੂ ਦੇ ਰੂਪ ਵਿੱਚ ਵੇਖਦੇ ਸਨ। ਪਰ ਅੱਜ ਭਗਤੀ ਅਤੇ ਸੂਫੀ ਬਾਣੀ ਨੂੰ ਅਭਾਗੇ ਪੰਜਾਬ ਵਿੱਚ ਇੱਕ ਅੱਡਰੇ ਅਤੇ ਵੱਖਰੇ ਮਜ਼ਹਬ ਦੇ ਰੂਪ ਵਿੱਚ ਵੇਖਿਆ ਜਾਣ ਲੱਗ ਪਿਆ ਹੈ। ਹੋਰ ਕਿਸੇ ਪ੍ਰਾਂਤ ਵਿੱਚ ਇੰਜ ਨਹੀਂ ਹੋਇਆ ਅਤੇ ਇਸ ਦੇ ਇਤਿਹਾਸਿਕ ਕਾਰਨ ਹਨ। ਪੰਜਾਬ ਦੀਆਂ ਗੁਰੂ ਪਾਤਸ਼ਾਹੀਆਂ ਨੇ ਸਾਰੇ ਭਾਰਤ ਦੇ ਭਗਤੀ ਅੰਦੋਲਨ ਨੂੰ ਇੱਕ ਸੂਰਤ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਸੀ। ਉਹ ਭਗਤੀ ਕੇਵਲ ਆਰਾਧਨਾ ਤੀਕਰ ਸੀਮਿਤ ਰੱਖਣਾ ਨਹੀਂ ਸਨ ਚਾਹੁੰਦੇ, ਸਮਾਜ ਵਿੱਚ ਇਨਕਲਾਬ ਵੀ ਲਿਆਉਣਾ ਚਾਹੁੰਦੇ ਸਨ। ਉਹਨਾਂ ਦੀਆਂ ਸੋਚਾਂ
ਦੇਸ਼ ਦੇ ਬਾਕੀ ਭਗਤ ਸੰਤਾਂ ਦੀ ਬਨਿਸਬਤ ਵਧੇਰੇ ਸੁਲਝੀਆਂ, ਡੂੰਘੀਆਂ ਅਤੇ ਦੂਰਦਰਸ਼ੀ ਸਨ। ਕੁਝ ਹੱਦ ਤੱਕ ਸ਼ਿਵਾਜੀ ਮਰਹਟੇ ਦੇ ਗੁਰੂ ਰਾਮਦਾਸ ਜੀ ਦੀਆਂ ਸੋਚਾਂ ਵੀ ਉਤਨੀਆਂ ਹੀ ਉਜਾਗਰ ਸਨ। ਨਤੀਜਾ ਹੋਇਆ ਕਿ ਪੰਜਾਬ ਦੀ ਭਗਤੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਮਗਰੋਂ ਇੱਕ ਪ੍ਰਚੰਡ ਇਨਕਲਾਬ ਦਾ ਰੂਪ ਧਾਰਨ ਕਰ ਗਈ, ਜਿਸ ਨੇ ਅੰਤ ਪੰਜਾਬੀਆਂ ਦਾ ਆਪਣਾ ਆਜ਼ਾਦ ਰਾਜ ਸਥਾਪਿਤ ਕੀਤਾ। ਇਸ ਰਾਜ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਕਵੀ ਸ਼ਾਹ ਮੁਹੰਮਦ ਦੇ ਸ਼ਬਦਾਂ ਵਿੱਚ ਹਿੰਦੂ ਅਤੇ ਮੁਸਲਮਾਨ ਦੋਵੇਂ ਜ਼ਾਤਾਂ ਆਪਣਾ ਰਾਜ ਸਮਝਦੀਆਂ ਸਨ। ਖਾਲਸਾ ਪੰਜਾਬੀਆਂ ਦੇ ਸਮਾਜਿਕ ਅਤੇ ਰਾਜਨੀਤਿਕ ਸੰਗਠਨ ਦੀ ਬੁਨਿਆਦ ਸੀ, ਉਸ ਦਾ ਮੂਰਲਾ ਦਸਤਾ। ਖਾਲਸਾ ਦੀ ਵਡਿਆਈ ਇਸ ਵਿੱਚ ਸੀ ਕਿ ਲੋਕ ਹਿੱਤ ਲਈ ਉਹ ਸਭ ਤੋਂ ਅੱਗੇ ਵੱਧ ਕੇ ਅਤੇ ਨਿਰਸਵਾਰਥ ਹੋ ਕੇ ਕੁਰਬਾਨੀਆਂ ਕਰਨ ਲਈ ਤਤਪਰ ਰਹਿੰਦਾ ਸੀ। ਇਸ ਰਾਜ ਨੂੰ ਫਨਾ ਕਰਨ ਵਿੱਚ ਅੰਗਰੇਜ਼ ਨੂੰ ਜ਼ਬਰਦਸਤ ਮੁਸ਼ਕਲਾਂ ਪੇਸ਼ ਆਈਆਂ ਸਨ ਅਤੇ ਅਜਿਹੇ ਹੱਥਕੰਡੇ ਵਰਤਣੇ ਪਏ ਸਨ ਜੋ ਖੁਦ ਅੰਗਰੇਜ਼ ਇਤਿਹਾਸਕਾਰਾਂ ਦੇ ਖਿਆਲ ਅਨੁਸਾਰ ਅੰਗਰੇਜ਼ੀ ਇਤਿਹਾਸ ਦਾ ਇੱਕ ਕਾਲਾ ਅਧਿਆਇ ਹਨ। ਇਸ ਕਰਕੇ ਪੰਜਾਬ ਨੂੰ ਅਜ਼ੇਰ ਕਰਨ ਉਪਰੰਤ ਅੰਗਰੇਜ਼ਾਂ ਦੀ ਸਭ ਤੋਂ ਵੱਡੀ ਕੋਸ਼ਿਸ਼ ਇਹੀ ਰਹੀ ਕਿ ਕਿਸੇ ਤਰ੍ਹਾਂ ਸਿੱਖਾਂ ਨੂੰ ਅਰਥਾਤ ਪੰਜਾਬ ਦੀ ਭਗਤੀ ਲਹਿਰ ਨੂੰ ਹਿੰਦੂ ਮੁਸਲਮਾਨਾਂ ਤੋਂ ਵੱਖਰਾ ਕਰਕੇ ਇੱਕ ਅਲੱਗ ਤਬਕੇ ਦਾ ਰੂਪ ਦੇ ਦਿੱਤਾ ਜਾਵੇ। ਇਸ ਤਰ੍ਹਾਂ ਇਹ ਜਨਤਾ ਦਾ ਰਕਸ਼ਕ ਦਸਤਾ ਜਨਤਾ ਤੋਂ ਅੱਡ ਹੋ ਜਾਏਗਾ ਅਤੇ ਇਸ ਦੀ ਇਨਕਲਾਬੀ ਅਹਿਮੀਅਤ ਖਤਮ ਹੋ ਜਾਏਗੀ। ਨਾਲੋਂ ਨਾਲ ਪੰਜਾਬੀਆਂ ਦੀ ਸਾਂਝੀ ਕੌਮੀਅਤ ਅਤੇ ਸਾਂਝਾ ਸੱਭਿਆਚਾਰ ਵੀ। ਕਿਤਨੀ ਵੱਡੀ ਕਾਮਯਾਬੀ ਹਾਸਲ ਕੀਤੀ ਅੰਗਰੇਜ਼ ਨੇ। ਅੱਜ ਜਿੱਥੇ ਬੰਗਾਲ ਦਾ ਹਰ ਹਿੰਦੂ ਮੁਸਲਮਾਨ ਰਾਮਾਨੰਦ, ਦਾਦੂ, ਅਸਲੀ ਨਾਂ ਦਾਊਦ ਅਤੇ ਵਿਦਿਆਪਤੀ ਦੀ ਬਾਣੀ ਨੂੰ ਹਿੱਕ ਨਾਲ ਲਾ ਕੇ ਰੱਖਦਾ ਹੈ। ਯੂਪੀ ਦਾ ਹਰ ਹਿੰਦੂ ਮੁਸਲਮਾਨ ਕਬੀਰ, ਰਹੀਮ, ਰਸਖਾਨ, ਖੁਸਰੋ, ਮੀਰ, ਸੂਰਦਾਸ ਆਦਿ ਦੀ ਬਾਣੀ ਉੱਪਰ ਜਾਨ ਵਾਰਦਾ ਹੈ। ਉੱਥੇ ਨਾਨਕ, ਅਰਜਨ ਦੇਵ ਅਤੇ ਗੋਬਿੰਦ ਸਿੰਘ ਦੀ ਬਾਣੀ ਪੰਜਾਬ ਦੇ ਹਿੰਦੂਆਂ ਮੁਸਲਮਾਨਾਂ ਲਈ ਇੱਕ ਪਰਾਈ ਅਤੇ ਡਰਾਉਣੀ ਚੀਜ਼ ਬਣ ਗਈ ਹੈ। ਭੈਣ ਜੀ ਇਤਨੇ ਦਤਚਿਤ ਹੋ ਕੇ ਸੁਣ ਰਹੇ ਸਨ ਕਿ ਮੇਰਾ ਹੌਸਲਾ ਹੋਰ ਵੱਧ ਗਿਆ। ਗੁਰਬਾਣੀ ਦੇ ਕੁਝ ਇੱਕ ਉੱਤਮ ਵਾਕ ਜੋ ਮੈਨੂੰ ਕੰਠ ਸਨ, ਮੈਂ ਸੁਣਾਉਂਦਾ ਚਲਾ ਗਿਆ ਅਤੇ ਉਹਨਾਂ ਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ, ਮੈਂ ਦਿੱਲੀ ਜਾ ਕੇ ਜ਼ਰੂਰ ਗ੍ਰੰਥ ਸਾਹਿਬ ਪੜ੍ਹਾਂਗੀ। ਜਿਹੜੀ ਬਾਣੀ ਸੁਬਾਹ ਸਵੇਰੇ ਮੇਰੇ ਪਿਤਾ ਜੀ ਦੀ ਰਸਨਾ 'ਤੇ ਬਿਰਾਜਦੀ ਸੀ, ਉਹ ਅਵਸ਼ ਬੜੀ ਉੱਤਮ ਤੇ ਪਿਆਰੀ ਚੀਜ਼ ਹੋਵੇਗੀ। ਦੇਰ ਕਾਫੀ ਹੋ ਚੁੱਕੀ ਸੀ ਜਦੋਂ ਅਸੀਂ ਮੇਜ਼ ਤੋਂ ਉੱਠ ਕੇ ਆਪਣੇ ਸੌਣ ਕਮਰਿਆਂ ਨੂੰ ਆਏ। ਮੇਰੀ ਲੜਕੀ ਸਨੋਬਰ ਮੇਰੇ ਪਿੱਛੇ ਆਈ। ਸਾਡੀਆਂ ਗੱਲਾਂ ਉਹ ਚੁੱਪਚਾਪ ਸੁਣਦੀ ਰਹੀ ਸੀ। ਮੈਨੂੰ ਨਹੀਂ ਸੀ ਪਤਾ ਉਸ ਦੇ ਦਿਲ 'ਤੇ ਵੀ ਇਤਨਾ ਅਸਰ ਪਿਆ ਹੈ। ਕਹਿਣ ਲੱਗੀ, ਡੈਡੀ ਗ੍ਰੰਥ ਸਾਹਿਬ ਖੋਲ੍ਹੋ ਅਤੇ ਉਸ ਵਿੱਚੋਂ ਮੈਨੂੰ ਕੁਝ ਪੜ੍ਹ ਕੇ ਸੁਣਾਓ। ਮੈਂ ਕਿਹਾ, ਬੇਟਾ ਇੰਜ ਕਿਉਂ ਨਾ ਕਰੀਏ, ਮੈਂ ਗ੍ਰੰਥ ਤੇਰੇ ਅੱਗੇ ਰੱਖਦਾ ਹਾਂ, ਤੂੰ ਜਿਸ ਸਫ਼ੇ ਤੋਂ ਚਾਹੇ ਖੋਲ੍ਹ ਲੈ, ਫਿਰ ਮੈਂ ਉਸ ਵਿੱਚੋਂ ਤੈਨੂੰ ਇੱਕ ਦੋ ਸ਼ਬਦ ਸੁਣਾ ਦਿਆਂਗਾ। ਇਹ ਬਾਣੀ ਇੱਕ ਅਥਾਹ ਸਾਗਰ ਵਾਂਗ ਹੈ, ਜਿਸ ਵਿੱਚ ਗੋਤਾ ਮਾਰਦਿਆਂ ਹੀ ਅਵਸ਼ ਕੋਈ ਮਾਣਕ ਮੋਤੀ ਲੱਭ ਜਾਂਦਾ ਹੈ। ਇਸ ਵੇਲੇ ਇਤਨਾ ਹੀ ਕਾਫੀ ਹੈ ਕਿਉਂਕਿ ਦੇਰ ਬਹੁਤ ਹੋ ਗਈ ਹੈ। ਬੱਚੀ ਨੇ ਮੰਨ ਲਿਆ ਅਤੇ ਜਿਸ ਸਫ਼ੇ ਉੱਤੇ ਉਹਨੇ ਗ੍ਰੰਥ ਖੋਲ੍ਹਿਆ, ਇਹ ਸ਼ਬਦ ਸਾਹਮਣੇ ਆਇਆ, ਜਨ ਕੀ ਟਹਿਲ ਸੰਭਾਖਨ ਜਨ ਸਿਉ, ਊਠਨ ਬੈਠਨ ਜਨ ਕੇ ਸੰਗਾ, ਜਨ ਚਰ ਰਜ ਮੁਖ ਮਾਥੇ ਲਾਗੀ, ਆਸਾ ਪੂਰਨ ਅਨੰਤ ਤਰੰਗਾ। ਜਨਤਾ ਦੀ ਸੇਵਾ, ਜਨਤਾ ਨਾਲ ਵਿਚਾਰ ਵੰਡਣੇ, ਜਨਤਾ ਨਾਲ ਉੱਠਣਾ ਬੈਠਣਾ ਹੀ ਜੀਵਨ ਦਾ ਸਭ ਤੋਂ ਉੱਚਾ ਆਦਰਸ਼ ਹੈ। ਜਨਤਾ ਦੇ ਪੈਰਾਂ ਦੀ ਧੂੜ ਮੂੰਹ ਮੱਥੇ ਨਾਲ ਛੁਹਾਣ ਯੋਗ ਹੈ। ਜਨਤਾ ਦੇ ਅੰਗ ਸੰਗ ਰਹਿ ਕੇ ਹੀ ਆਸ਼ਾਵਾਂ ਪੂਰਨ ਹੁੰਦੀਆਂ ਹਨ। ਜੀਵਨ ਸਾਗਰ ਵਿੱਚ ਆਨੰਦ ਦੀਆਂ ਅਨੰਤ ਲਹਿਰਾਂ ਉੱਠਦੀਆਂ ਹਨ। ਸਨੋਬਰ ਚਕਰਿਤ ਹੋ ਕੇ ਮੇਰੇ ਵੱਲ ਵੇਖ ਰਹੀ ਸੀ। ਅਗਲੇ ਦਿਨ ਸਵੇਰ ਨੂੰ ਮੈਂ ਸੱਤਿਆ ਭੈਣ ਜੀ ਨੂੰ ਇਹ ਘਟਨਾ ਸੁਣਾਈ। ਉਹਨਾਂ ਦਾ ਚਿਹਰਾ ਵੀ ਅੰਤਰੀਵ ਖੁਸ਼ੀ ਨਾਲ ਭਖ ਪਿਆ। ਕਿਤਨਾ ਚਿਰ ਉਹ ਆਨੰਦ ਵਿਭੋਰ ਹੋ ਕੇ ਇਸ ਵਾਕ ਨੂੰ ਦੁਹਰਾਉਂਦੇ ਰਹੇ। ਉਸ ਵੇਲੇ ਅਸੀਂ ਤੁਲਸੀ ਝੀਲ ਦੇ ਕੰਢੇ ਬੈਠੇ ਕੁਦਰਤ ਦਾ ਨਜ਼ਾਰਾ ਵੇਖ ਰਹੇ ਸਾਂ ਅਤੇ ਕੋਈ ਲਾਊਡ ਸਪੀਕਰ
ਨਹੀਂ ਸੀ ਵੱਜ ਰਿਹਾ। ਦੋਸਤੋ, ਇਹ ਸੀ ਉਹ ਅਧਿਆਏ ਗੁਰਬਾਣੀ ਜਿਹੜਾ ਬਲਰਾਜ ਸਾਹਨੀ ਜੀ ਨੇ ਆਪਣੀ ਕਿਤਾਬ ਵਿੱਚ ਲਿਖਿਆ, ਤੇ ਉਹ ਤੁਹਾਡੇ ਲਈ ਪੜ੍ਹਿਆ ਪੰਜਾਬ ਦਰਸ਼ਨ ਦੀ ਸਹਿਯੋਗੀ ਟੀਮ ਦੇ ਹਰਪ੍ਰੀਤ ਨੇ। ਇਸ ਪਾਠ ਨੂੰ ਪੜ੍ਹਨ ਲਈ ਜਾਂ ਪੰਜਾਬ ਦਰਸ਼ਨ ਵੱਲੋਂ ਇਸ ਤਰ੍ਹਾਂ ਤੁਹਾਡੀ ਸਾਹਮਣੇ ਪੇਸ਼ ਕਰਨ ਲਈ ਸਾਨੂੰ ਜਿਹੜਾ ਇਹ ਆਈਡੀਆ ਇਹ ਦਿੱਤਾ ਸੀ ਪੰਜਾਬ ਦਰਸ਼ਨ ਦੇ ਸਰਪ੍ਰਸਤ ਪ੍ਰੋਫੈਸਰ ਹਰਪਾਲ ਸਿੰਘ ਜੀ ਨੇ, ਤੇ ਮੈਂ ਖਾਸ ਤੌਰ ਦੇ ਉੱਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਸਾਨੂੰ ਇੱਕ ਨਵਾਂ ਆਈਡੀਆ ਦਿੱਤਾ, ਬੜਾ ਅੱਛਾ ਆਈਡੀਆ ਦਿੱਤਾ, ਖੂਬਸੂਰਤ ਆਈਡੀਆ ਦਿੱਤਾ। ਅੱਜ ਦੋਸਤੋ, ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਅੱਜ ਕਾਰਲ ਮਾਰਕਸ ਦਾ ਵੀ ਜਨਮ ਦਿਨ ਹੈ, ਔਰ ਜਿਨ੍ਹਾਂ ਨੇ ਇਨਸਾਨੀ ਬਰਾਬਰੀ ਲਈ ਆਰਥਿਕ ਬਰਾਬਰੀ ਦਾ ਸਿਧਾਂਤ ਸਾਰੀ ਦੁਨੀਆ ਨੂੰ ਦਿੱਤਾ। ਔਰ ਮੇਰਾ ਖਿਆਲ ਹੈ ਵੀ ਇੰਨਾ ਸ਼ਕਤੀਸ਼ਾਲੀ ਸਿਧਾਂਤ ਉਹਨਾਂ ਨੇ ਦਿੱਤਾ ਕਿ ਅੱਜ ਤੱਕ ਕੋਈ ਦੁਨੀਆ ਦਾ ਕੋਈ ਵਿਦਵਾਨ ਉਹਨਾਂ ਦੇ ਇਸ ਸਿਧਾਂਤ ਨੂੰ ਝੁਠਲਾ ਨਹੀਂ ਸਕਿਆ। ਬੇਸ਼ੱਕ ਆਰਥਿਕ ਬਰਾਬਰੀ ਵੀ ਇੱਕ ਤਰੀਕਾ ਸਾਂਝੀਵਾਲਤਾ ਦਾ, ਲੇਕਿਨ ਜਿਹੜਾ ਖਾਸ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਜਿਹੜੀ ਸਾਂਝੀਵਾਲਤਾ ਜਦੋਂ ਟੁੱਟਦੀ ਹੈ ਅਤੇ ਉਦੋਂ ਅਸੀਂ ਆਪਣੇ ਧਰਮ, ਆਪਣੇ ਇਸ਼ਟ, ਆਪਣੀਆਂ ਕਿਤਾਬਾਂ, ਆਪਣੇ ਲੋਕ, ਪਸ਼ੂ ਪੰਛੀ, ਅਸੀਂ ਆਪਣੀਆਂ ਨਦੀਆਂ, ਇਹ ਸਾਰਾ ਕੁਝ ਵੰਡ ਲੈਂਦੇ ਹਾਂ। ਔਰ ਉਹਨਾਂ ਨੂੰ ਵੀ ਅਸੀਂ ਹਿੰਦੂ, ਸਿੱਖ, ਮੁਸਲਮਾਨ ਜਾਂ ਈਸਾਈ ਦੇ ਵਿੱਚ ਵੰਡ ਲੈਂਦੇ ਹਾਂ। ਸਾਡੀਆਂ ਨਦੀਆਂ ਹੋਰ, ਸਾਡੇ ਪੰਛੀ ਹੋਰ, ਸਾਡੇ ਪਸ਼ੂ ਹੋਰ, ਸਾਡੇ ਧਰਤੀ ਦੇ ਖਿੱਤੇ, ਸਾਡੇ ਨਾਂ, ਸਾਡੀ ਬੋਲੀ, ਸਾਡੀ ਭਾਸ਼ਾ, ਸਾਡੇ ਪਹਿਰਾਵੇ, ਅਸੀਂ ਹਰ ਕਿਸੇ ਨੂੰ ਵੰਡ ਲੈਂਦੇ ਹਾਂ। ਔਰ ਜਦੋਂ ਅਸੀਂ ਵੰਡੀਆਂ ਦੇ ਸਿਲਸਿਲੇ ਵਿੱਚ ਪੈਂਦੇ ਹਾਂ ਤਾਂ ਉਹਦਾ ਫਿਰ ਕੋਈ ਅੰਤ ਨਹੀਂ ਹੁੰਦਾ ਹੈ। ਅਤੇ ਮੇਰਾ ਖਿਆਲ ਹੈ ਅਸੀਂ ਇਸ ਵੰਡੀਆਂ ਦੇ ਸਿਲਸਿਲੇ ਵਿੱਚ ਪੈ ਕੇ ਆਪਣੇ ਜੀਵਨ ਨੂੰ ਅਸੀਂ ਨਰਕ ਬਣਾ ਲੈਂਦੇ ਹਾਂ। ਔਰ ਜਿਹੜਾ ਉਹ ਨਰਕ ਅਸੀਂ ਅੱਜ ਕੱਲ੍ਹ ਭੋਗ ਰਹੇ ਹਾਂ, ਖਾਸ ਤੌਰ ਦੇ ਉੱਤੇ ਹਿੰਦੁਸਤਾਨ ਦੇ ਵਿੱਚ, ਅਸੀਂ ਉਹਨੂੰ ਬਹੁਤ ਜ਼ਿਆਦਾ ਮਹਿਸੂਸ ਕਰਦੇ ਹਾਂ। ਅਤੇ ਜੇ ਅਸੀਂ ਇਸ ਨਰਕ ਵਿੱਚੋਂ ਬਾਹਰ ਨਿਕਲਣਾ, ਉਸ ਮੁਸ਼ਕਿਲ ਦੇ ਵਿੱਚੋਂ ਬਾਹਰ ਨਿਕਲਣਾ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਉਹ ਜਿਹੜੇ ਦਾਇਰੇ ਆਪਣੇ ਆਲੇ ਦੁਆਲੇ ਬਣੇ ਹੋਏ ਆ ਉਹਨਾਂ 'ਚੋਂ ਬਾਹਰ ਆਈਏ ਅਤੇ ਅਸੀਂ ਸਾਂਝੀਵਾਲਤਾ ਦੇ ਉਸ ਪੈਗਾਮ ਨੂੰ ਸੁਣੀਏ। ਅਸੀਂ ਆਪਣੇ ਧਰਮ ਗ੍ਰੰਥ, ਆਪਣੇ ਵਿਚਾਰ, ਆਪਣੇ ਕਵੀ, ਆਪਣੇ ਦਾਨਸ਼ਵਰ, ਆਪਣੇ ਪਸ਼ੂ ਪੰਛੀ, ਨਦੀਆਂ, ਖਿੱਤੇ, ਪਹਿਰਾਵੇ, ਬੋਲੀਆਂ, ਉਹਨਾਂ ਪ੍ਰਤੀ ਜਿਹੜੀ ਨਫ਼ਰਤ ਜਿਹੜੀ ਆ ਉਹਨੂੰ ਅਸੀਂ ਖ਼ਤਮ ਕਰੀਏ ਅਤੇ ਹਰ ਚੀਜ਼ ਨੂੰ ਅਸੀਂ ਆਪਣੀ ਮੰਨ ਕੇ ਚੱਲੀਏ ਅਤੇ ਉਹਦੇ ਨਾਲ ਆਪਣੇ ਤਰ੍ਹਾਂ ਬਿਹੇਵ ਕਰੀਏ। ਅਤੇ ਮੇਰਾ ਖਿਆਲ ਹੈ ਵੀ ਅਸੀਂ ਫਿਰ ਆਪਣੀ ਜ਼ਿੰਦਗੀ ਨੂੰ ਸੁਖਾਵੀਂ ਬਣਾ ਸਕਦੇ ਹਾਂ, ਆਪਣੇ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾ ਸਕਦੇ ਹਾਂ, ਆਪਣੇ ਸੱਭਿਆਚਾਰ ਨੂੰ ਅਸੀਂ ਰਹਿਣ ਯੋਗ ਬਣਾ ਸਕਦੇ ਹਾਂ। ਅਤੇ ਇਹਨਾਂ ਮਨਸ਼ੇ ਦੇ ਨਾਲ, ਇਸ ਇਰਾਦੇ ਦੇ ਨਾਲ ਅਸੀਂ ਇਹ ਤੁਹਾਡੇ ਨਾਲ ਅੱਜ ਇਹ ਗੱਲਬਾਤ ਕੀਤੀ ਸੀ। ਅਤੇ ਇਹ ਨਵਾਂ ਪ੍ਰੋਗਰਾਮ, ਇਹ ਨਵਾਂ ਸਮਾਗਮ, ਉਹਦੀ ਅੱਜ ਅਸੀਂ ਪਿਰਤ ਇਹ ਪਾਈ ਹੈ। ਇਹਨੂੰ ਅਸੀਂ ਬਰਕਰਾਰ ਰੱਖਾਂਗੇ। ਹਰ ਮਹੀਨੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਦਿਨ ਸੁੱਧ ਅਸੀਂ ਲੱਭ ਹੀ ਲਿਆ ਕਰਾਂਗੇ, ਜਦੋਂ ਤੁਹਾਡੇ ਸਾਹਮਣੇ ਅਸੀਂ ਕੋਈ ਨਾ ਕੋਈ ਚੀਜ਼ ਇਸ ਤਰ੍ਹਾਂ ਦੀ ਲੈ ਕੇ ਪੇਸ਼ ਆਇਆ ਕਰਾਂਗੇ। ਇਹਨਾਂ ਗੱਲਾਂ ਦੇ ਨਾਲ ਹੀ ਮੈਂ ਖਿਮਾ ਦਾ ਜਾਚਕ ਹਾਂ ਅਤੇ ਮੈਂ ਧੰਨਵਾਦ ਕਰਦਾ ਪੰਜਾਬ ਦਰਸ਼ਨ ਦੇ ਸਰਪ੍ਰਸਤ ਪ੍ਰੋਫੈਸਰ ਹਰਪਾਲ ਸਿੰਘ ਚੰਡੀਗੜ੍ਹ ਅਤੇ ਡਾਕਟਰ ID ਗੌਡ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਉਹਨਾਂ ਦਾ, ਅਤੇ ਸਾਡੇ ਪੰਜਾਬ ਦਰਸ਼ਨ ਦੀ ਸਿਰਜਕ ਟੀਮ ਜਸਕਰਨ, ਕਮਲੇਸ਼, ਹਰਮੀਤ, ਦਿਲਦਾਰ, ਮਹਿਤਾਬ, ਅਤੇ ਸਾਡੇ ਜਿਹੜੇ ਸਹਿਜ ਅਤੇ ਸੋਹਜ ਦੇ ਜਿਹੜੇ ਆ ਉਹਦਾ ਪ੍ਰਬੰਧ ਕਰਨ ਵਾਲੇ ਉਹ ਹਰਪ੍ਰੀਤ ਅਤੇ ਪਰਮਿੰਦਰ, ਅਤੇ ਬਾਕੀ ਪੰਜਾਬ ਦਰਸ਼ਨ ਦੇ ਸਰੋਤਿਆਂ ਦਾ, ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। पंजाब